ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਸੱਜਣੋ ਤੇ ਮਿੱਤਰੋ, ਜੈਦੇ ਚਵਲ ਬਾਰੇ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਹਨਾਂ ਦਾ ਵੀ ਇੱਕ ਪਿਛੋਕੜ ਸੀ। ਇਹ ਬੇਗੈਰਤ ਤੇ ਘਟੀਆ ਆਦਮੀ ਬਹੁਤ ਦਿਨਾਂ ਤੋਂ ਪੰਜਾਬ ਬਾਰੇ ਆਪਣੇ ਬੁਗਸ ਤੇ ਅਹਿਸਾਸੇ ਕਮਤਰੀ ਨੂੰ ਬੁਨਿਆਦ ਬਣਾ ਕੇ ਭੌਂਕ ਰਿਹਾ ਸੀ। ਪਹਿਲਾਂ ਇਹਨੇ ਆਖਿਆ ਕਿ ਪੰਜਾਬੀਆਂ ਦੀ ਤਾਰੀਖ ਬੁਜ਼ਦਲਾਂ ਦੀ ਤਾਰੀਖ ਹੈ। ਫਿਰ ਇਹ ਤਾਸਰ ਦੇਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬੀ ਬਿਊਰੋਕਰੇਟ ਜਾਂ ਸਿਆਸਤਦਾਨ ਨਿਕੰਮੇ ਤੇ ਨਾਲਾਇਕ ਹੁੰਦੇ ਨੇ। ਮੈਂ ਪਹਿਲਾਂ ਵੀ ਇਹਨੂੰ ਵਾਰਨਿੰਗ ਦਿੱਤੀ ਸੀ ਤੇ ਸਮਝਾਇਆ ਸੀ ਕਿ ਤੂੰ ਪੰਜਾਬ ਬਾਰੇ ਇਹ ਬਕਵਾਸ ਕਰਨੀ ਛੱਡ ਦੇ, ਨਹੀਂ ਤੇ ਤੇਰੇ ਨਾਲ ਤੇਰੀ ਝੂਠੀ ਤਾਰੀਖ ਦੇ ਵੀ ਵੱਟ ਕੱਢਣਾ ਚੰਗੀ ਤਰ੍ਹਾਂ ਜਾਣਦੇ ਹਾਂ। ਸੱਚੀ ਪੁੱਛੋ ਤੇ ਜੈਦੇ ਬਾਰੇ ਗੱਲ ਤੋਂ ਪਹਿਲਾਂ ਮੈਂ ਚੰਗੀ ਤਰ੍ਹਾਂ ਇਹਦਾ ਨਫਸੀਆਤੀ ਤਜਜ਼ੀਆ ਕੀਤਾ ਤੇ ਇਸ ਨਤੀਜੇ 'ਤੇ ਪੜ੍ਹਿਆ ਕਿ ਅਜਿਹੇ ਲੋਕਾਂ ਨੂੰ ਉਦੋਂ ਤੱਕ ਸਕੂਨ ਹੀ ਨਹੀਂ ਮਿਲਦਾ ਜਦ ਤੱਕ ਚੰਗੀ ਤਰ੍ਹਾਂ ਇਹਨਾਂ ਦੀ ਕੱਪੜ ਝਾੜ ਨਾ ਕੀਤੀ ਜਾਏ। ਤੇ ਫਿਰ ਜਿਹੜੀ ਮੈਂ ਇਹਦੀ ਕੱਪੜ ਝਾੜ ਕੀਤੀ ਉਹ ਪੰਜਾਬੀ ਹੋਣ ਨਾਤੇ ਮੇਰੇ 'ਤੇ ਫਰਜ਼ ਵੀ ਸੀ ਤੇ ਕਰਜ਼ ਵੀ। ਇਸ ਮਗਰੋਂ ਬਹੁਤ ਸਾਰੇ ਸੱਜਣਾ ਮਿੱਤਰਾਂ ਪੰਜਾਬ ਦਾ ਮੁਕੱਦਮਾ ਲੜਨ ਪਾੜੋ ਹਲਾਸ਼ੇਰੀ ਵੀ ਦਿੱਤੀ ਤੇ ਬਹੁਤ ਸਾਰੇ ਅਜਿਹੇ ਵੀ ਸਨ ਜਿਨ੍ਹਾਂ ਦਾ ਆਖਣਾ ਸੀ ਕਿ ਤੁਸਾਂ ਕਰੜੇ ਲਫ਼ਜ਼ ਵਰਤੇ ਨੇ। ਕੁਝ ਨੇ ਇਹ ਵੀ ਆਖਿਆ ਕਿ ਮਰਾਸੀ ਤੇ ਚੰਗੜ ਨਹੀਂ ਸੀ ਆਖਣਾ ਚਾਹੀਦਾ, ਕਿਉਂ ਜੇ ਇਹ ਦੋਵੇਂ ਬਰਾਦਰੀਆਂ ਪੰਜਾਬ ਦੇ ਸਮਾਜ ਦਾ ਬਾਇਜ਼ਤ ਤੇ ਬਾਵਕਾਰ ਹਿੱਸਾ ਨੇ। ਮੈਂ ਜ਼ਾਤੀ ਤੌਰ 'ਤੇ ਵੀ ਸਮਝਦਾ ਹਾਂ ਕਿ ਮੈਨੂੰ ਮਰਾਸੀ ਜਾਂ ਚੰਗੜ ਆਖ ਕੇ ਗਾਲ ਮੰਦੇ ਦਾ ਤਾਸਰ ਨਹੀਂ ਸੀ ਦੇਣਾ ਚਾਹੀਦਾ, ਕਿਉਂ ਜੇ ਮੇਰੀ ਸੋਚ ਸਭੇ ਇਨਸਾਨਾਂ ਨੂੰ ਬਰਾਦਰੀਆਂ ਕਬੀਲਿਆਂ ਤੋਂ ਹਟ ਕੇ ਬਰਾਬਰ ਗਰਦਾਨਦੀ ਹੈ। ਪਰ ਗੱਲਬਾਤ ਕਰਦਿਆਂ ਮੈਂ ਵੀ ਉਹ ਗੱਲਾਂ ਕਰ ਛੱਡੀਆਂ ਜਿਹੜੀਆਂ ਸਾਡੇ ਸਮਾਜ ਦੀ ਸੋਚ ਦੀ ਅਕਾਸੀ ਕਰਦੀਆਂ ਨੇ। ਤੁਸੀਂ ਵੇਖੋ ਨਾ ਕਿ ਅੱਜ ਮੈਂ ਜੈਦੇ ਨੂੰ ਚੰਗੜ ਜਾਂ ਮਰਾਸੀ ਨਹੀਂ ਕਹਿ ਰਿਹਾ, ਸਿੱਧਾ ਚਵਲ ਤੇ ਬੇਗੈਰਤ ਦੱਸ ਰਿਹਾ ਜਿਹੜਾ ਕਿ ਉਹ ਹੈ। ਹੁਣ ਕੁਝ ਹੋਰ ਗੱਲਾਂ ਜਿਹੜੀਆਂ ਕਿ ਬੜੀਆਂ ਹੀ ਅਹਿਮ ਨੇ। ਪਹਿਲੀ ਗੱਲ ਇਹ ਕਿ ਜਦ ਜੈਦਾ ਪੰਜਾਬ ਬਾਰੇ ਭੌਂਕ ਰਿਹਾ ਸੀ, ਤਾਰੀਖ ਨੂੰ ਮਸਖ ਕਰ ਰਿਹਾ ਸੀ, ਆਪਣੇ ਅੰਦਰ ਦੇ ਅਹਿਸਾਸੇ ਕਮਤਰੀ ਨੂੰ ਹਕੀਕਤ ਬਣਾ ਕੇ ਪੇਸ਼ ਕਰਨ ਦੀ ਘਟੀਆ ਸਾਜ਼ਿਸ਼ ਰਚਾ ਰਿਹਾ ਸੀ, ਉਦੋਂ ਮੇਰੇ ਤੋਂ ਵੱਖ ਕਿਸ ਪੰਜਾਬੀ ਐਕਟਰਸ ਨੇ ਆਵਾਜ਼ ਚੁੱਕੀ। ਮੈਂ ਉਡੀਕ ਰਿਹਾ ਸਾਂ ਕਿ ਜਿਹੜੇ ਲੋਕ ਪੰਜਾਬ ਦਾ ਨਾਂ ਵੇਚਦੇ ਨੇ, ਪੰਜਾਬੀ ਦੇ ਨਾਂ ਉੱਤੇ ਦਿਹਾੜੀਆਂ ਲਾਉਂਦੇ ਨੇ, ਪੰਜਾਬੀ ਦੇ ਨਾਂ ਉੱਤੇ ਸਰਕਾਰ ਕੋਲੋਂ ਮੋਟੀਆਂ ਤਨਖਾਹਾਂ ਵਸੂਲਦੇ ਨੇ, ਜਾਂ ਫਿਰ ਕਾਨਫਰੰਸਾਂ ਕਰਾ ਕੇ ਪੰਜਾਬੀ ਦੇ ਮਾਮੇ ਚਾਚੇ ਬਣਨ ਦਾ ਤਾਸਰ ਦਿੰਦੇ ਨੇ, ਜਾਂ ਫਿਰ ਉਹ ਲੋਕ ਜਿਹੜੇ ਆਪਣੇ ਆਪ ਨੂੰ ਪੰਜਾਬੀ ਸੇਵਕ ਦੱਸ ਕੇ ਬਾਹਰੋਂ ਆਉਣ ਵਾਲੇ ਸਿੱਖਾਂ ਦੀਆਂ ਜੇਬਾਂ ਕੱਢਦੇ ਨੇ, ਉਹਨਾਂ ਕੋਲੋਂ ਡਾਲਰ ਮੁੱਛਦੇ ਨੇ, ਉਹ ਟਿਕਟਾਕਰ ਜਾਂ ਸੋਸ਼ਲ ਮੀਡੀਆ ਰਾਹੀਂ ਪੰਜਾਬ ਨੂੰ ਵੇਚ ਕੇ ਪੈਸਾ ਕਮਾਉਣ ਵਾਲੇ। ਇਹਨਾਂ 'ਚੋਂ ਕੋਈ ਇੱਕ ਤਾਂ ਪੰਜਾਬ ਨਾਲ ਮੁਖਲਸ ਹੋਵੇਗਾ ਜਿਹੜਾ ਇਸ ਕੰਜਰ ਦਾ ਮੂੰਹ ਭੰਨੇਗਾ। ਉਹ ਲੋਕ ਜਿਹੜੇ ਸਾਡੇ ਸਿੱਖ ਪੰਜਾਬੀ ਵੀਰਾਂ ਦੇ ਸਾਹਮਣੇ ਹੱਥ ਬੰਨ੍ਹ ਕੇ ਆਪਣੇ ਆਪ ਨੂੰ ਜਾਂ ਆਪਣੇ ਵੱਡਿਆਂ ਨੂੰ ਵੰਡ ਦਾ ਸਭ ਤੋਂ ਵੱਡਾ ਗੁਨਾਹਗਾਰ ਬਣਾ ਕੇ ਪੇਸ਼ ਕਰਦੇ ਨੇ, ਉਹਨਾਂ ਨੂੰ ਚੱਕਰ ਦੇ ਕੇ ਆਪਣੇ ਬੋਝੇ ਭਰਦੇ ਨੇ, ਉਹਨਾਂ 'ਚੋਂ ਕੋਈ ਆਵਾਜ਼ ਇਹਦੀ ਨਿਦਿਆਲੀ ਸਾਹਮਣੇ ਨਹੀਂ ਆਈ। ਇੰਝ ਲੱਗਦਾ ਹੈ ਜਿਵੇਂ ਸਭੋ ਕਾਰੋਬਾਰੀਆਂ ਨੇ ਆਪਣੀ ਗੈਰਤ ਨੂੰ ਮੁਫਾਦਾਂ ਦੀ ਲੋਰੀ ਦੇ ਕੇ ਗੂੜੀ ਨੀਂਦਰੇ ਸਵਾ ਛੱਡਿਆ ਹੈ। ਯਾਦ ਕਰਵਾ ਦੇਵਾਂ, ਇਸ ਤੋਂ ਪਹਿਲੋਂ ਹਾਰੂਨ ਰਸ਼ੀਦ ਨਾਂ ਦੇ ਉਸਤਾਦ ਕੁੱਪੀ ਨੇ ਜਦ ਪੰਜਾਬ ਬਾਰੇ ਬਕਵਾਸ ਕੀਤੀ ਸੀ ਅਤੇ ਉਦੋਂ ਵੀ ਮੈਂ, ਨਦੀਮ ਰਜ਼ਾ ਅਤੇ ਕਾਜ਼ੀ ਤਾਰਕ ਨੇ ਉਹਦੀਆਂ ਨਾਸਾਂ ਭਰੀਆਂ ਸਨ। ਫਿਰ ਜਦ ਆਫਤਾਬ ਇਕਬਾਲ ਪੰਜਾਬ ਦੇ ਖਿਲਾਫ ਭੌਂਕਿਆ ਅਤੇ PC ਹੋਟਲ ਵਿੱਚ ਇੱਕ ਤਕਰੀਬ ਦੇ ਦੌਰਾਨ ਮੇਰੇ ਇਹਨਾਂ ਸੱਜਣਾਂ ਨੇ ਉਹਨੂੰ ਗਿਰੇਬਾਨੋਂ ਫੜ ਕੇ ਉਹਦੀ ਚੰਗੀ ਸੇਵਾ ਕੀਤੀ। ਕੀ ਵਜ੍ਹਾ ਹੈ ਕਿ ਪੰਜਾਬੀ ਦੇ ਨਾਂ ਉੱਤੇ ਸੁਦਾਗਰੀ ਕਰਨ ਵਾਲਿਆਂ ਨੂੰ, ਪੰਜਾਬੀ ਦਾ ਨਾਂ ਲੈ ਕੇ ਦਿਹਾੜੀਆਂ ਲਾਉਣ ਵਾਲਿਆਂ ਨੂੰ ਇਹਦੀ ਇੱਜ਼ਤ ਉੱਤੇ ਹਰਫ ਆਵੇ ਤਾਂ ਸਭ ਸੁੱਕ ਜਾਂਦਾ। ਮੈਂ ਹਰ ਪੰਜਾਬੀ ਤੋਂ ਸਵਾਲ ਕਰਦਾ ਹਾਂ ਕਿ ਇਹ ਲੋਕ ਜਿਹੜੇ ਕਾਨਫਰੰਸਾਂ, ਵੱਖੋ-ਵੱਖ ਹੋਣ ਵਾਲੀਆਂ ਇਕੱਠਾਂ, ਬੈਠਕਾਂ ਅਤੇ ਮਜਲਿਸਾਂ ਰਾਹੀਂ ਇੱਟ ਸਿਆਪਾ ਪਾ ਕੇ ਮਗਰਮੱਛ ਦੇ ਅਥਰੂ ਰੋਕਣ ਵਾਲੇ ਡਰਾਮੇਬਾਜ਼ ਉਦੋਂ ਵੀ ਇੰਝ ਚੁੱਪ ਰਹਿੰਦੇ ਜਦੋਂ ਕੋਈ ਇਹਨਾਂ ਦੀ ਜੰਮਣ ਵਾਲੀ ਮਾਂ ਨੂੰ ਗਾਲ ਕੱਢਦਾ ਜਾਂ ਫਿਰ ਇਹਨਾਂ ਦੇ ਪਿਓ ਨੂੰ ਮੰਦਾ ਬੋਲਦਾ। ਸੱਜਣੋ, ਉਦੋਂ ਇਹ ਜ਼ਰੂਰ ਬੋਲਦੇ, ਕਿਉਂ ਜੇ ਉੱਥੇ ਰਿਸ਼ਤਾ ਮੁਫਾਦ ਦਾ ਨਹੀਂ ਮੁਹੱਬਤ ਦਾ ਹੈ ਅਤੇ ਪੰਜਾਬ ਨਾਲ ਜਜ਼ਬਾਤੀ ਜੁੜਨ ਦਾ ਦਾਅਵਾ ਖਾਲਸਤਰ ਕਾਰੋਬਾਰੀ ਅਤੇ ਮੁਫਾਦਾਂ ਉੱਤੇ ਮਬਨੀ ਹੈ। ਮੈਂ ਹਰ ਪੰਜਾਬੀ ਨਾਲ ਸ਼ਿਕਵਾ ਨਹੀਂ ਕਰ ਰਿਹਾ। ਮੇਰਾ ਮੁਖਾਤਬ ਸਿਰਫ ਅਤੇ ਸਿਰਫ ਉਹ ਨੌਸਰਬਾਜ਼ ਅਤੇ ਰੰਗਬਾਜ਼ ਨੇ ਜਿਹੜੇ ਪੰਜਾਬੀ ਦੇ ਨਾਂ ਉੱਤੇ ਪੈਸਾ ਕਮਾਉਂਦੇ ਨੇ ਅਤੇ ਇਹਦੀ ਪੱਗ ਦੇ ਮੁਹਾਫਜ਼ ਹੋਣ ਦਾ ਫਰਜ਼ ਨਹੀਂ ਨਿਭਾਉਂਦੇ। ਸਿਰਫ ਅਤੇ ਸਿਰਫ ਉਹ ਲੋਕ ਜਿਹੜੇ ਪੰਜਾਬੀ ਦਾ ਨਾਂ ਵੇਚਦੇ ਨੇ, ਸਲਾਬ ਜ਼ਦਗਾਨ ਦੀਆਂ ਮਜਬੂਰੀਆਂ ਵੇਚ ਕੇ ਪੈਸਾ ਇਕੱਠਾ ਕਰਕੇ ਜਿਨ੍ਹਾਂ ਮੌਜਾਂ ਕੀਤੀਆਂ, ਜਿਨ੍ਹਾਂ ਬਾਹਰ ਵਸਦੇ ਪੰਜਾਬੀਆਂ ਨੂੰ ਹਮੇਸ਼ਾ ਤੁੱਕ ਲਾਇਆ, ਜਿਨ੍ਹਾਂ ਦਾ ਮਕਸਦ ਸਿਰਫ ਅਤੇ ਸਿਰਫ ਪੰਜਾਬ ਦੇ ਨਾਂ ਉੱਤੇ ਆਪਣੀ ਦੁਕਾਨਦਾਰੀ ਕਰਨਾ ਅਤੇ ਚਮਕਾਉਣਾ ਹੈ। ਮੇਰੇ ਮੁਖਾਤਬ ਸਿਰਫ ਉਹ ਲੋਕ ਨੇ, ਉਹ ਲੋਕ ਹਰਗਿਜ਼ ਨਹੀਂ ਜਿਨ੍ਹਾਂ ਆਪਣੀ ਸਾਰੀ ਆਜ਼ਾਦੀ ਬੇਲੌਸ ਹੋ ਕੇ ਆਪਣੀ ਧਰਤੀ ਅਤੇ ਆਪਣੀ ਜ਼ੁਬਾਨ ਦੀ ਸੇਵਾ ਦੇ ਨਾਵੇਂ ਲਾਈ, ਜਿਨ੍ਹਾਂ ਨੇ ਹਲਾਲ ਦੇ ਪੰਜਾਬੀ ਹੋਣ ਦਾ ਸਬੂਤ ਦਿੰਦਿਆਂ ਕਦੀ ਕਿਸੇ ਪ੍ਰਾਹੁਣੇ ਦੀ ਜੇਬ ਨਹੀਂ ਕੱਟੀ, ਕਦੀ ਉਹਨੂੰ ਥੁੱਕ ਨਹੀਂ ਲਾਇਆ, ਬਾਹਰੋਂ ਆਏ ਪ੍ਰਾਹੁਣੇ ਦੀ ਸੇਵਾ
ਆਪਣੇ ਮੌਜੂਦ ਵਸਾਇਲ ਵਿੱਚ ਰਹਿੰਦਿਆਂ ਕੀਤੀ। ਉਹ ਪੰਜਾਬੀ ਤਹਿਰੀਕ ਤੇ ਇਹਦੇ ਵਧਾ ਲਈ ਆਪਣੇ ਪੱਲਿਓਂ ਆਪਣੀਆਂ ਜਾਇਦਾਦਾਂ ਵੇਚ ਕੇ ਖਰਚ ਕਰਦੇ ਰਹੇ। ਅਜਿਹੇ ਹਰ ਬੰਦੇ ਨੂੰ ਮੈਂ ਆਪਣਾ ਵਜੂਦ ਤਸਲੀਮ ਕਰਦਾ ਹਾਂ। ਜਦ ਤੱਕ ਮੇਰੀ ਹਯਾਤੀ ਹੈ ਉਹਨਾਂ ਦੀ ਆਵਾਜ਼ ਮੇਰੀ ਆਵਾਜ਼ ਵਿੱਚ ਸ਼ਾਮਲ ਰਹੇਗੀ। ਮੈਂ ਉਹਨਾਂ ਦੀ ਥਾਵੇਂ ਇਹ ਫਰਜ਼ ਕਿਫਾਇਆ ਅਦਾ ਕਰਦਾ ਰਹਾਂਗਾ। ਪਰ ਉਹ ਲੋਕ ਜਿਹੜੇ ਧੰਦੇਬਾਜ਼ ਆਪਣੀਆਂ ਦੁਕਾਨਾਂ ਲਾ ਕੇ ਧੋਖੇ ਤੇ ਨੌਸਰਬਾਜ਼ੀ ਦੇ ਚੂਰਨ ਵੇਚਦੇ ਨੇ, ਪੰਜਾਬ ਦੀ ਗੈਰਤ ਤੇ ਹਰਫਾਉਣ ਵੇਲੇ ਮਿਸਰੇ ਬਣ ਕੇ ਚੁੱਪ ਵੜ ਜਾਂਦੇ ਨੇ, ਉਹ ਮੁਫਾਦਜ਼ਾਦੇ ਕਿਸੇ ਜਿੱਦੇ ਬਗੈਰਤ ਜਾਂ ਕੰਜਰ ਤੋਂ ਘੱਟ ਹਰਗਿਜ਼ ਨਹੀਂ। ਫਰਕ ਸਿਰਫ ਇੰਨਾ ਹੈ ਕਿ ਜਿੱਦਾਂ ਮਸ਼ਹੂਰ ਹੋਣ ਵਾਸਤੇ ਸਭ ਕੁਝ ਕਰਦਾ ਹੈ ਤੇ ਇਹ ਲੋਕ ਕੰਜਰੀ ਵਾਂਗੂ ਪੈਸਾ ਕਮਾਉਣ ਦੇ ਧੋਖੇ ਦਾ ਨਾਚ ਨੱਚਦੇ ਨੇ। ਸੱਜਣੋ ਤੇ ਮਿੱਤਰੋ, ਅੱਜ ਜਿਹਦੇ ਦੇ ਨਾਲ ਉਹਨਾਂ ਲੋਕਾਂ ਦੀ ਗੱਲ ਕਰਨੀ ਵੀ ਬਹੁਤ ਜ਼ਰੂਰੀ ਹੈ ਜਿਨ੍ਹਾਂ ਜਿਹਦੇ ਦੀ ਨਿੰਦਿਆ ਨਹੀਂ ਕੀਤੀ, ਜਿਹੜੇ ਚੋਰ ਦਰਵਾਜ਼ਿਓਂ ਪੰਜਾਬੀ ਤਹਿਰੀਕ ਵਿੱਚ ਵੜੇ ਤੇ ਅੱਜ ਇਸ ਤਹਿਰੀਕ ਦੇ ਮਾਮੇ ਬਲਕਿ ਸਾਲੇ ਬਣੀ ਬੈਠੇ ਨੇ। ਇਹਨਾਂ ਲੋਕਾਂ ਦੀ ਪਹਿਚਾਣ ਕਰਵਾਉਣਾ ਬਹੁਤ ਜ਼ਰੂਰੀ ਸੀ। ਮੈਂ ਆਪਣੇ ਬਾਹਰ ਵਸਦੇ ਮਿੱਤਰਾਂ ਨੂੰ ਵੀ ਆਖਾਂਗਾ ਕਿ ਪੰਜਾਬ ਵਿੱਚ ਜੇ ਕੋਈ ਤੁਹਾਡੇ ਕੋਲ ਪੈਸੇ ਦੀ ਡਿਮਾਂਡ ਕਰੇ, ਤੁਹਾਡੀ ਸਹੂਲਤ ਦੇ ਬਦਲੇ ਰੁਪਈਆ ਟਕਾ ਮੰਗੇ, ਜਾਂ ਫਿਰ ਉਹ ਲੋਕ ਜਿਨ੍ਹਾਂ ਬਾਰੇ ਮੇਰੇ ਤੱਕ ਇਤਲਾਹਾਂ ਪਹੁੰਚੀਆਂ ਨੇ ਕਿ ਉਹਨਾਂ ਬਾਕਾਇਦਾ ਅਲਾਸ਼ੇਰੀ ਸ਼ੁਰੂ ਕਰਕੇ ਆਪਣੇ ਮੋਢੇ ਉੱਤੇ ਬਗੈਰਤੀ ਤੇ ਉਭਾਰ ਰੱਖ ਲੈਣੇ, ਅਜਿਹੇ ਲੋਕਾਂ ਕੋਲੋਂ ਬਚੋ। ਲੈਂਦੇ ਪੰਜਾਬ ਦਾ ਹਰ ਪੁੱਤਰ ਅਣਖੀ ਤੇ ਗੈਰਤ ਵਾਲਾ ਹੈ। ਉਹ ਕਿਸੇ ਪ੍ਰਾਹੁਣੇ ਦੀ ਸੇਵਾ ਦੇ ਬਦਲੇ ਕੁਝ ਨਹੀਂ ਮੰਗਦਾ। ਉਹ ਦੱਲਾ ਨਹੀਂ ਕਿ ਕਿਸੇ ਦੀ ਸਹੂਲਤ ਕਰਕੇ ਪੰਜਾਬ ਦੀ ਗੈਰਤ ਨੂੰ ਲੀਕ ਲਾਵੇ। ਅਜਿਹੇ ਲੋਕ ਪੰਜਾਬ ਦੀ ਧਰਤੀ ਦੇ ਹਲਾਲੀ ਪੁੱਤਰ ਹੋ ਹੀ ਨਹੀਂ ਸਕਦੇ, ਬਲਕਿ ਜੇਦੇ ਵਰਗੇ ਹਰਾਮਦੇ ਨੇ ਜੋ ਆਪਣੀ ਮਾਂ ਜਾਂ ਭੈਣ ਦਾ ਸੌਦਾ ਕਰਕੇ ਆਪਣੀ ਆਜ਼ਾਦੀ ਵਿੱਚ ਅਸਾਇਸ਼ਾਂ ਦਾ ਰੰਗ ਭਰਦੇ ਨੇ। ਮੈਂ ਇੱਕ ਵਾਰੀ ਫੇਰ ਬਾਹਰੋਂ ਪੰਜਾਬ ਆਉਣ ਵਾਲੇ ਸੱਜਣਾ ਮਿੱਤਰਾਂ ਨੂੰ ਆਖਾਂਗਾ ਕਿ ਉਹ ਪੰਜਾਬ ਦਾ ਨਾਮ ਵੇਚਣ ਵਾਲੇ ਬਹਿਰੂਪੀਏ ਤੇ ਦਲਾਲਾਂ ਤੋਂ ਬਚ ਕੇ ਰਹਿਣ। ਇਹ ਨਾ ਹੋਵੇ ਕਿ ਕੋਈ ਤੁਹਾਨੂੰ ਆਪਣੀ ਸਹੂਲਤ ਦੇ ਬਦਲੇ ਜੇਬ ਕੱਟਣ ਦੇ ਨਾਲ ਆਉਣ ਵਾਲੇ ਕੱਲ੍ਹ ਵਿੱਚ ਬਲੈਕਮੇਲ ਵੀ ਕਰ ਰਿਹਾ ਹੋਵੇ। ਇਹ ਬਹਿਰੂਪੀਏ ਪੰਜਾਬੀ ਦਾ ਰੂਪ ਧਾਰ ਕੇ ਪੰਜਾਬ ਦੇ ਨਾਂ ਉੱਤੇ ਫਰਾਡ ਜ਼ਰੂਰ ਕਰ ਰਹੇ ਨੇ, ਪਰ ਇਹਨਾਂ ਦਾ ਨਾ ਪੰਜਾਬੀ ਨਾਲ ਕੋਈ ਤਾਲੁਕ ਹੈ ਤੇ ਨਾ ਹੀ ਅਣਖਾਂ ਵਾਲੀ ਇਸ ਧਰਤੀ ਨਾਲ ਕੋਈ ਵਾਸਤਾ। ਅਜਿਹੇ ਰੂਪੀਆਂ ਬਾਰੇ ਆਉਣ ਵਾਲੇ ਦਿਨਾਂ ਵਿੱਚ ਦੱਸਾਂਗਾ ਕਿ ਇਹ ਕਿਵੇਂ ਵਾਰਦਾਤ ਪਾਉਂਦੇ ਨੇ, ਕਿਵੇਂ ਦਿਹਾੜੀਆਂ ਲਾਉਂਦੇ ਨੇ ਤੇ ਕਿਵੇਂ ਸੇਵਾ ਦੇ ਨਾਂ ਉੱਤੇ ਆਉਣ ਵਾਲੇ ਪ੍ਰਾਹੁਣੇ ਨੂੰ ਚੰਗਾ ਮਾਲ ਪੇਸ਼ ਕਰਦੇ ਨੇ, ਮਾਲ ਜਿਹਦੇ ਵਿੱਚ ਮਾਂ ਭੈਣ ਦੀ ਕੋਈ ਤਮੀਜ਼ ਨਹੀਂ ਹੁੰਦੀ। ਅਜਿਹੇ ਦਲਾਲਾਂ, ਨੌਸਰਬਾਜ਼ਾਂ ਤੇ ਫਰਾਡ ਕਰਨ ਵਾਲਿਆਂ ਉੱਤੇ ਹਜ਼ਾਰ ਵਾਰੀ ਲੱਖ ਲਾਹਨਤਾਂ। ਇਹਦੇ ਨਾਲ ਜੇਦੇ ਮਰਾਸੀ ਸਣੇ ਹਰ ਉਸ ਬਗੈਰਤ ਉੱਤੇ ਹਜ਼ਾਰ ਵਾਰ ਲੱਖ ਲਾਹਨਤਾਂ ਜਿਹੜਾ ਪੰਜਾਬ ਬਾਰੇ ਬਕਵਾਸ ਕਰਦਾ ਤੇ ਭੌਂਕਦਾ ਹੈ, ਤੇ ਜਿਹੜਾ ਨਾ ਦੋਵਾਂ ਉੱਤੇ ਲਾਹਨਤ ਨਾ ਭੇਜੇ ਉਹ 'ਤੇ ਵੀ ਹਜ਼ਾਰ ਲਾਹਨਤਾਂ। ਇਜਾਜ਼ਤ ਦਿਓ, ਰੱਬ ਰਾਖਾ।